ਇਹ ਗੁਰਦੁਆਰਾ ਨਿਰਮੋਹਗੜ੍ਹ ਸਾਹਿਬ ਰਾਜੇ ਨਮੋਹ ਦੀ ਰਾਜਧਾਨੀ ਹੋਇਆ ਕਰਦੀ ਸੀ। श्री गुरु गोबिंद सिंह जी ने जो परिवार ते फौजां समेत आनंदपुर साहब का किला छड्डिया तो गुरु साहब करीब श्री आनंदपुर साहब तो करीब 7 ਤੋਂ 8 किलोमीटर बाबे नानक दे सर्ब सांझी वालता दे सुनेहे ते पैरा दे रही पंजाब सरकार। पंजाब दे मुख मंत्री चरणजीत सिंह चन्नी ने हिंदू भाईचारे लिए भी वड्डे ऐलान कीते ने। पवित्र रामायण, महाभारत ਅਤੇ श्रीमद भगवत गीता ਦੇ ਉੱਪਰ ਖੋਜ ਕੇਂਦਰ ਸਥਾਪਿਤ ਕੀਤੇ ਜਾ ਰਹੇ ਨੇ। ਭਗਵਾਨ ਪਰਸ਼ੂਰਾਮ ਦੇ ਤਪ ਸਥਾਨ ਪਿੰਡ ਖਾਟੀ ਦੇ ਵਿੱਚ ਮੱਥਾ ਟੇਕਣ ਦੇ ਬਾਅਦ ਸੀਐਮ ਚੰਨੀ ਨੇ ਇਹ ਐਲਾਨ ਕੀਤੇ ਅਤੇ ਕਿਹਾ ਹੈ ਕਿ ਰਿਸਰਚ ਨੂੰ ਹੋਰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਵਰਲਡ ਲੈਵਲ ਰਿਸਰਚ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ। ਉਹ ਚਾਹੁੰਦੇ ਨੇ ਕਿ ਰਾਮਾਇਣ, ਮਹਾਭਾਰਤ ਤੇ ਸ਼੍ਰੀਮਦ ਭਗਵਤ ਗੀਤਾ ਸਦੀਆਂ ਤੋਂ ਮਨੁੱਖਤਾ ਦੀ ਪ੍ਰੇਰਨਾ ਦਾ ਸਰੋਤ ਰਿਹਾ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਇਸ ਦੇ ਅਸਰ ਨੂੰ ਪਹੁੰਚਾਇਆ ਜਾਣਾ ਚਾਹੀਦਾ ਹੈ। ਮੇਰਾ ਬਚਪਨ ਤੋਂ ਸੋਚ ਹੈ ਸ਼੍ਰੀ ਭਗਵਤ ਗੀਤਾ ਦੇ ਆਪਣਾ ਇੱਕ ਅਧਿਐਨ ਸੈਕਟਰ, ਇੱਕ ਮਹਾਭਾਰਤ ਦੇ ਅਧਿਐਨ ਸੈਕਟਰ, ਇੱਕ ਰਾਮਾਇਣ ਦੇ ਅਧਿਐਨ ਸੈਕਟਰ ਹੋਵੇ। ਸੋ ਅਸੀਂ ਹੁਣ ਪੰਜਾਬ ਦੇ ਵਿੱਚ ਇੱਕ ਵੱਡੀ ਜਗ੍ਹਾ ਲੈ ਕੇ ਇਹ ਰਿਸਰਚ ਸੈਂਟਰ ਖੋਲ੍ਹਿਆ। ਪੰਜਾਬ ਸਰਕਾਰ ਸਭ ਧਰਮਾਂ ਦਾ ਤੇ ਭਾਈਚਾਰਿਆਂ ਦਾ ਸਤਿਕਾਰ ਕਰਦੇ ਹੋਏ ਪੰਜਾਬ ਨੂੰ ਇਕਜੁੱਟ ਕਰਕੇ ਤਰੱਕੀ ਦੇ ਰਾਹ ਪਾ ਰਹੀ ਹੈ। ਪੰਜਾਬ ਸਰਕਾਰ ਲੋਕਾਂ ਦੀ ਸਰਕਾਰ। ਮੀਟਰ ਦੂਰ ਆਉਂਦੇ ਨੇ ਤਾਂ ਇੱਥੇ ਮੌਜੂਦ ਇੱਕ ਪਹਾੜੀ ਦੇ ਉੱਪਰ ਡੇਰਾ ਲਗਾਉਂਦੇ ਨੇ। ਤੁਹਾਨੂੰ ਤਸਵੀਰ ਦੇ ਵਿੱਚ ਉਹ ਪਵਿੱਤਰ ਪਹਾੜੀ ਵੀ ਦਿਖਾ ਦਿੰਦੇ ਆ ਜਿੱਥੇ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਤੇ ਆਪਣੀਆਂ ਲਾਡਲੀਆਂ ਫੌਜਾਂ ਦੇ ਨਾਲ ਇੱਥੇ ਆ ਕੇ ਡੇਰਾ ਜਮਾਇਆ ਤੇ ਅੱਜ ਇਸ ਸਥਾਨ ਤੇ ਇੱਕ ਗੁਰੂ ਘਰ ਸੁਸ਼ੋਭਿਤ ਕੀਤਾ ਗਿਆ। ਹਾਲਾਂਕਿ ਦੂਰ ਤੋਂ ਤਸਵੀਰ ਤੁਹਾਨੂੰ ਜਿਹੜੀ ਆ ਬਹੁਤ ਹੀ ਸਾਫ਼ ਤਾਂ ਨਹੀਂ ਨਜ਼ਰ ਆਉਂਦੀ ਹੋਵੇਗੀ। ਤੁਹਾਨੂੰ ਉੱਥੇ ਲੈ ਕੇ ਵੀ ਚੱਲਾਂਗੇ ਤੇ ਉਸ ਵੇਲੇ ਦਾ ਮਾਹੌਲ ਜਿਹੜਾ ਉਹ ਵੀ ਕਿਹੋ ਜਿਹਾ ਸੀਗਾ ਉਹ ਵੀ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਥੇ ਤੱਕ ਪਹੁੰਚਣ ਦਾ ਇੱਕ ਰਾਹ ਜਿਹੜਾ ਹੈ ਉਹ ਦਿਖਾ ਦਿੰਦੇ ਆ ਕਿਉਂਕਿ ਬਿਲਕੁਲ ਹਟ ਕੇ ਹੈ। ਉਹਦਾ ਰਸਤਾ ਤੁਹਾਨੂੰ ਜ਼ਰੂਰ ਦਿਖਾਉਂਦੇ ਆ ਕਿ ਜਦੋਂ ਗੁਰੂ ਸਾਹਿਬ ਆਪਣੇ ਪਰਿਵਾਰ ਅਤੇ ਫੌਜਾਂ ਦੇ ਨਾਲ ਇੱਥੇ ਪਹੁੰਚੇ ਤਾਂ ਕਿਵੇਂ ਇਸ ਰਾਹ ਤੋਂ ਹੁੰਦੇ ਹੋਏ, ਹਾਲਾਂਕਿ ਉਸ ਵੇਲੇ ਤਾਂ ਇੱਥੇ ਜੰਗਲ ਹੀ ਹੋਵੇਗਾ ਪਰ ਹੁਣ ਇੱਥੇ ਜਿਹੜਾ ਉਹ ਕਾਫੀ ਸੁਧਾਰ ਜ਼ਰੂਰ ਹੋ ਗਿਆ। ਹਾਲਾਂਕਿ ਸੜਕ ਦੀ ਇੱਥੇ ਕਾਫੀ ਦਿੱਕਤ ਹੈ ਲੇਕਿਨ ਜਦੋਂ ਅਸੀਂ ਮੁੱਖ ਸੜਕ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਵਾਲੀ ਸਾਈਡ ਤੇ ਆਉਂਦੇ ਹਾਂ ਤਾਂ ਕੀਰਤਪੁਰ ਸਾਹਿਬ ਤੋਂ ਹੀ 3 ਤੋਂ 4 ਕਿਲੋਮੀਟਰ ਦੀ ਦੂਰੀ ਤੇ ਨਿਰਮੋਹਗੜ੍ਹ ਸਾਹਿਬ ਸੁਸ਼ੋਭਿਤ ਹੈ। ਜਿਵੇਂ ਹੀ ਅਸੀਂ ਉਸ ਪੁਲ ਨੂੰ ਪਾਰ ਕਰਦੇ ਹਾਂ ਤੇ ਦੂਰੋਂ ਹੀ ਸਾਨੂੰ ਗੁਰੂ ਘਰ ਜਿਹੜਾ ਜੋ ਕਿ ਇੱਥੇ ਉਹੀ ਪਵਿੱਤਰ ਪਹਾੜੀ ਦੇ ਉੱਪਰ ਸੁਸ਼ੋਭਿਤ ਹੈ ਉਹ ਨਜ਼ਰ ਆਉਣ ਲੱਗਦਾ ਹੈ। ਪਰ ਉਸ ਵੇਲੇ ਕਿਹੋ ਜਿਹਾ ਮਾਹੌਲ ਹੋਵੇਗਾ ਉਹ ਮਹਿਸੂਸ ਕਰਨ ਦੇ ਲਈ ਚੱਲਦੇ ਹਾਂ ਉਸੇ ਹੀ ਪਵਿੱਤਰ ਪਹਾੜੀ ਤੇ। ਇਸ ਤੋਂ ਬਾਅਦ ਅਸੀਂ ਕੁਝ ਹੀ ਪੈਰਾਂ ਦੀ ਦੂਰੀ ਤੇ ਮੌਜੂਦ ਪਹਾੜੀ ਵੱਲ ਵਧੇ ਪਰ ਉਸ ਪਹਾੜੀ ਤੱਕ ਪਹੁੰਚ ਕੇ ਜਿੰਨਾ ਉਤਸ਼ਾਹ ਉਸ ਨੂੰ ਵੇਖਣ ਤੇ ਮਹਿਸੂਸ ਕਰਨ ਦਾ ਸੀ ਤਾਂ ਉੱਥੇ ਹੀ ਮਨ ਦੇ ਵਿੱਚ ਵੀ ਕਈ ਤਰ੍ਹਾਂ ਦੇ ਖਿਆਲ ਆ ਜਾ ਰਹੇ ਸਨ ਕਿ ਉਸ ਵੇਲੇ ਕਿਹੋ ਜਿਹਾ ਮਾਹੌਲ ਹੋਵੇਗਾ ਜਦੋਂ ਗੁਰੂ ਜੀ ਆਪਣੇ ਸਾਹਿਬਜ਼ਾਦਿਆਂ, ਮਾਤਾਵਾਂ ਤੇ ਫੌਜ ਸਮੇਤ ਇਸ ਥਾਂ ਪਹੁੰਚੇ, ਜੰਗ ਲੜੀ ਤੇ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਵੀ ਦਿੱਤੇ। ਪਰ ਇੰਨੀ ਇਤਿਹਾਸਕ ਜਗ੍ਹਾ ਹੋਣ ਦੇ ਬਾਵਜੂਦ ਇੱਥੇ ਸੁੰਨ ਪਸਰੀ ਹੋਈ ਸੀ ਤੇ ਇਸ ਥਾਂ ਤੇ ਆਉਂਦਾ ਕੋਈ ਟਾਵਾਂ ਹੀ ਨਜ਼ਰ ਆ ਰਿਹਾ ਸੀ। ਇਹਨਾਂ ਵਿਚਾਰਾਂ ਦੇ ਨਾਲ ਅਸੀਂ ਅੱਗੇ ਨੂੰ ਵੱਧ ਹੀ ਰਹੇ ਸੀ ਕਿ ਪਹਾੜੀ ਦੇ ਹੇਠਾਂ ਹੀ ਪਿੰਡ ਦੇ ਕੁਝ ਲੋਕ ਮਿਲ ਗਏ ਜਿਨ੍ਹਾਂ 'ਚ ਮੌਜੂਦ ਕੁਝ ਬਜ਼ੁਰਗਾਂ ਨੇ ਇਸ ਥਾਂ ਦਾ ਇਤਿਹਾਸ ਦੱਸਦਿਆਂ ਇਸ ਨੂੰ ਅਣਗੌਲਿਆਂ ਕੀਤੇ ਜਾਣ ਤੇ ਨਾਰਾਜ਼ਗੀ ਵੀ ਪ੍ਰਗਟਾਈ। ਅਸੀਂ ਜੀ ਇੱਥੇ ਤਕਰੀਬਨ 50 ਸਾਲ ਤੋਂ ਵੱਧ ਸਮੇਂ ਤੋਂ ਇੱਥੇ ਰਹਿ ਰਹੇ ਹਾਂ। ਜਿਹੜਾ ਕਿ ਸਾਡੇ ਹਰਦੋਲਮੋਹ ਪਿੰਡ ਜਿਹੜਾ ਇਤਿਹਾਸਕ ਗੁਰਦੁਆਰਾ ਸਾਹਿਬ ਨਿਰਮੋਹਗੜ੍ਹ ਸਾਹਿਬ ਹੈ ਤੇ ਇੱਥੇ ਜਾਣ ਵਾਸਤੇ ਜਿਹੜਾ ਰਸਤਾ ਡਾਢੀ ਤੋਂ ਆਉਂਦਾ ਇਹ ਵੀ ਤਕਰੀਬਨ ਸਾਡੀ ਸੋਝੀ ਤੇ ਪਹਿਲਾਂ ਦਾ ਹੀ ਬਣਿਆ ਹੈ। ਇਹ ਟੋਟੇ ਦੀ ਕਿਸੇ ਨੇ ਸਾਰ ਨਹੀਂ ਲਈ ਹੈ
ਤੇ ਗੁਰਦੁਆਰਾ ਸਾਹਿਬ ਨੂੰ ਵੀ ਉੱਪਰ ਨੂੰ ਕੋਈ ਰਸਤਾ ਨਹੀਂ। ਤਕਰੀਬਨ 5 ਸਾਲ ਪਹਿਲਾਂ ਕੋਈ ਆ ਜਾਂਦਾ ਮੰਤਰੀ ਬਣ ਕੇ ਤੇ ਉਹ ਕਹਿ ਜਾਂਦਾ ਵੀ ਅਸੀਂ ਸੜਕ ਬਣਾਵਾਂਗੇ ਗੁਰਦੁਆਰਾ ਸਾਹਿਬ ਦੀ, ਤੇ ਕੋਈ ਤਕਰੀਬਨ ਸਾਨੂੰ 50 ਸਾਲ ਤੋਂ ਇਹ ਸੜਕ ਨਹੀਂ ਬਣੀ। ਤੇ ਜਿਹੜੀ ਆ ਛੋਟੀ ਪੁਲੀ ਹੈ ਸਾਡੀ, ਇੱਥੇ ਤੇ ਅਸੀਂ ਸਕੂਟਰ ਲੰਘਾ ਸਕਦੇ, ਨਾ ਟਰੈਕਟਰ ਜਾਂਦਾ ਹੈ ਤੇ ਨਾ ਕੋਈ ਟਰਾਲੀ ਜਾਂਦੀ ਸਾਡੀ, ਤੇ ਅਸੀਂ ਬਹੁਤ ਪਰੇਸ਼ਾਨ ਹੁੰਦੇ ਹਾਂ। ਡਾਢੀ ਤੇ ਆਉਂਦੇ ਹਾਂ ਜਾਂ ਬੁੰਗਾ ਸਾਹਿਬ ਤੋਂ ਮੁੜ ਕੇ ਇੱਧਰ ਨੂੰ ਆਉਂਦੇ ਹਾਂ। ਇਸ ਵੇਲੇ ਅਸੀਂ ਕਿਲ੍ਹਾ ਨਿਰਮੋਹਗੜ੍ਹ ਦੇ ਬਿਲਕੁਲ ਹੇਠਾਂ ਖੜੇ ਹਾਂ। ਜੇਕਰ ਤੁਸੀਂ ਇੱਥੇ ਉੱਪਰ ਪਹਾੜੀ ਤੱਕ ਅਗਰ ਤੁਸੀਂ ਪੈਦਲ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਇੱਥੇ ਪੌੜੀਆਂ ਦਾ ਇੰਤਜ਼ਾਮ ਕੀਤਾ ਗਿਆ। ਤੁਸੀਂ ਪੌੜੀਆਂ ਰਾਹੀਂ ਉੱਪਰ ਤੱਕ ਜਾ ਸਕਦੇ ਹੋ। ਲੇਕਿਨ ਜੇਕਰ ਤੁਸੀਂ ਆਪਣੇ ਵਾਹਨ ਤੇ ਇਸ ਥਾਂ ਤੱਕ ਪਹੁੰਚੇ ਹੋ ਤਾਂ ਵਾਹਨਾਂ ਦੇ ਲਈ, ਕਿਉਂਕਿ ਵਾਹਨ ਵੀ ਉੱਪਰ ਤੱਕ ਜਾਣ ਦਾ ਜਿਹੜਾ ਉਹ ਇੱਥੇ ਪ੍ਰਬੰਧ ਕੀਤਾ ਗਿਆ, ਤੇ ਲੇਕਿਨ ਜੇ ਤੁਸੀਂ ਆਪਣੇ ਵਾਹਨ ਤੇ ਜਾਣਾ ਚਾਹੁੰਦੇ ਹੋ ਤਾਂ ਉਹਦਾ ਰਾਸਤਾ ਬਿਲਕੁਲ ਪੌੜੀਆਂ ਦੇ ਨਾਲ ਲੰਘ ਕੇ ਪਿਛਲੀ ਸਾਈਡ ਤੇ ਬਣਾਇਆ ਗਿਆ। ਆਓ ਤੁਹਾਨੂੰ ਲੈ ਕੇ ਚਲਦੇ ਹਾਂ। ਅਨੰਦਪੁਰ ਸਾਹਿਬ ਤੋਂ ਕਿਲ੍ਹਾ ਛੱਡਿਆ ਮੁਗਲਾਂ ਦੀਆਂ ਪਹਾੜੀ ਰਾਜਿਆਂ ਦੀਆਂ ਕਸਮਾਂ ਦੇ ਉਪਰੰਤ ਸਿੰਘਾਂ ਦੇ ਕਹਿਣ ਤੇ ਸਤਿਗੁਰਾਂ ਨੇ ਕਿਲ੍ਹਾ ਛੱਡ ਕੇ ਜਦੋਂ ਇਸ ਸਥਾਨ ਤੇ ਪੁੱਜੇ, ਉਸ ਟਾਈਮ ਤੇ ਮਾਰੂ ਹਮਲਾ ਕਰ ਦਿੱਤਾ ਦੁਸ਼ਮਣਾਂ ਨੇ, ਮੁਗਲ ਫੌਜਾਂ ਨੇ, ਪਹਾੜੀ ਫੌਜਾਂ ਨੇ। ਸਤਿਗੁਰਾਂ ਨੇ ਇੱਥੋਂ ਜੰਗ ਲੜਦੇ ਹੋਏ ਅੱਗੇ ਪਰਿਵਾਰ ਸਮੇਤ ਜੰਗ ਲੜਦੇ ਹੋਏ ਸਰਸਾ ਦੀ ਨਦੀ ਤੇ ਵਿਛੋੜਾ ਪੈ ਗਿਆ। ਉਸ ਤੋਂ ਉਪਰੰਤ ਚਮਕੌਰ ਸਾਹਿਬ ਦੀ ਜੰਗ, ਫਤਿਹਗੜ੍ਹ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਇਹ ਸਾਰੀ ਸਭਾ ਦਾ ਜਿੰਨਾ ਵੀ ਵਰਣਨ ਇਸ ਗੁਰਦੁਆਰਾ ਨਿਰਮੋਹਗੜ੍ਹ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ। ਸੋ ਇਸ ਸਥਾਨ ਦੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ, ਜੋ ਮੁਖੀ ਨੇ ਬੁੱਢੇ ਦਲ ਦੇ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜ ਦੇ ਮੁਖੀ ਨੇ ਨਿਹੰਗ ਸਿੰਘਾਂ ਫੌਜਾਂ ਦੇ, ਉਹਨਾਂ ਵੱਲੋਂ ਇਹ ਸੇਵਾ ਦਾਸ ਨੂੰ ਤਕਰੀਬਨ 2008 ਦੇ ਵਿੱਚ ਦਿੱਤੀ ਗਈ ਸੀ। ਇਹ ਗੁਰਦੁਆਰਾ ਨਿਰਮੋਹਗੜ੍ਹ ਸਾਹਿਬ ਰਾਜੇ ਨਮੋਹ ਦੀ ਰਾਜਧਾਨੀ ਹੋਇਆ ਕਰਦੀ ਸੀ। ਇਹ ਜਿਹੜਾ ਜੰਗ ਆ, ਜਦੋਂ ਸਤਿਗੁਰਾਂ ਨੇ ਭਾਈ ਬਚਿੱਤਰ ਸਿੰਘ ਤੋਂ ਕੇਸਰੀ ਚੰਦ ਨੂੰ ਹਾਥੀ ਲੈ ਕੇ, ਮਸਤ ਹਾਥੀ ਲੈ ਕੇ ਆਇਆ ਲੋਹਗੜ੍ਹ ਕਿਲੇ ਤੇ ਉਦੋਂ ਮਰਵਾਇਆ। ਉਸ ਤੋਂ ਉਪਰੰਤ ਜਦੋਂ ਹਾਰ ਖਾ ਕੇ ਗਏ ਨੇ ਪਹਾੜੀ ਰਾਜੇ, ਉਹਨਾਂ ਨੇ ਜਾ ਕੇ ਉੱਪਰ ਗਏ, ਉਹਨਾਂ ਨੂੰ ਮਿਹਣੇ ਵੱਜੇ ਵੀ ਤੁਸੀਂ ਇੱਥੇ ਆਣ ਕੇ ਲੋਕਾਂ ਦਾ ਖੂਨ ਪੀਂਦੇ ਹੋ ਤੇ ਉੱਥੇ ਗੁਰੂ ਦੇ ਕੋਲੇ ਤੇ ਤੁਸੀਂ ਹਾਰ ਖਾ ਕੇ ਆਏ ਹੋ। ਫਿਰ ਇਹਨਾਂ ਨੇ ਇਹ ਗੱਲ ਕਹੀ ਵੀ ਸਤਿਗੁਰੂ ਜਿਹੜੇ ਨੇ ਉਹ ਕਿਲਿਆਂ ਦੇ ਅੰਦਰ ਰਹਿੰਦੇ ਨੇ ਤੇ ਅਸੀਂ ਇੱਥੋਂ ਜਾ ਕੇ ਲੜਦੇ ਹਾਂ, ਸਾਡੇ ਤੋਂ ਉੱਥੇ ਜੰਗ ਤਾਂ ਨਹੀਂ ਜਿੱਤੀ ਜਾਂਦੀ। ਫਿਰ ਸਤਿਗੁਰਾਂ ਨੇ ਜਦੋਂ ਇਸ ਗੱਲ ਦਾ ਪਤਾ ਲੱਗਾ, ਸਤਿਗੁਰਾਂ ਨੇ ਇਹਨਾਂ ਦਾ ਸ਼ੰਕਾ ਦੂਰ ਕਰਨ ਵਾਸਤੇ ਪਹਿਲੀ ਜੰਗ ਜਿਹੜੀ ਕੇਸਰੀ ਚੰਦ ਮਾਰਨ ਤੋਂ ਬਾਅਦ ਇੱਥੇ ਲੜੀ ਹੈ। ਮੰਗਲਵਾਰ ਵਾਲੇ ਦਿਨ ਸਿੰਘ ਸਾਹਿਬ ਦੀਵਾਨ ਸਿੰਘ ਜੀ ਜਿਹੜੇ ਬਹਾਦਰ ਨੇ, ਉਹ 1000 ਫੌਜ ਦੇ ਨਾਲ ਇੱਥੇ ਸ਼ਹੀਦ ਹੋਏ। ਅਨੇਕਾਂ ਇੱਥੇ ਕਈ ਦਿਨ ਯੁੱਧ ਹੁੰਦਾ ਰਿਹਾ। 3000 ਦੇ ਕਰੀਬ ਇੱਥੇ ਇਕੱਠਾ ਥੱਲੇ ਨਿਰਮੋਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੀ ਸੇਵਾ ਚੱਲ ਰਹੀ ਹੈ, ਅੰਗੀਠਾ ਸਾਹਿਬ ਦੀ, ਜਿੱਥੇ 3000 ਦੇ ਕਰੀਬ ਸਿੰਘਾਂ ਦਾ, ਸ਼ਹੀਦਾਂ ਦਾ ਇਕੱਠਾ ਸੰਸਕਾਰ ਵੀ ਕੀਤਾ ਗਿਆ। ਪ੍ਰਾਤਨ ਇੱਥੇ ਟਿੱਬੀ ਹੈ ਨਿਰਮੋਹਗੜ੍ਹ ਸਾਹਿਬ ਦੀ, ਇਹਦਾ ਡੰਗੇ ਲੱਗਣ ਦੀ ਵੀ ਸੇਵਾ ਰਹਿੰਦੀ ਹੈ। ਬਾਕੀ ਗੁਰੂ ਗੋਬਿੰਦ ਸਿੰਘ ਮਾਰਗ ਦੇ ਵਿੱਚ ਹੁੰਦਾ, ਇਹਦਾ ਰਸਤਾ ਵੀ ਆਪ ਜੀ ਨੇ ਦੇਖਿਆ ਹੋਏਗਾ, ਅੱਧਾ ਕੱਚਾ ਅੱਧਾ ਪੱਕਾ, ਉਹ ਵੀ 9 ਫੁੱਟ ਚੌੜਾ ਹੈ ਤੇ ਗੁਰੂ ਗੋਬਿੰਦ ਸਿੰਘ ਮਾਰਗ ਦਾ ਜਿਹੜਾ 18 ਫੁੱਟ ਚੌੜਾ ਰਸਤਾ ਹੈ। ਸੋ ਦਾਸ ਵੱਲੋਂ ਬੇਨਤੀ ਹੈ ਭਾਈ ਸਾਰੇ ਹੀ ਆਪਾਂ ਮੋਢੇ ਨਾਲ ਮੋਢਾ ਲਾ ਕੇ ਇਸ ਸਥਾਨ ਦੀ ਵੱਧ ਤੋਂ ਵੱਧ ਸੇਵਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਦੁਆਰਾ ਸਾਡੇ ਇਲਾਕੇ ਦਾ ਸਭ ਤੋਂ ਇਤਿਹਾਸਕ ਗੁਰਦੁਆਰਾ ਹੈ ਤੇ ਮੌਜੂਦਾ ਸਮੇਂ ਵਿੱਚ ਇੱਥੇ ਸਾਨੂੰ ਡੰਗੇ ਦੀ ਬਹੁਤ ਜ਼ਰੂਰਤ ਹੈ। ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਬੈਠੇ ਸਨ,
ਉਹ ਡੰਗਾ ਦਿਨ ਪਰ ਦਿਨ ਖੁਰਦਾ ਜਾ ਰਿਹਾ ਹੈ। ਇਲਾਕਾ ਨਿਵਾਸੀ ਜਿੰਨਾ ਹੋ ਸਕੇ ਹਰ ਸਾਲ ਆਪਣੀ ਮਾਇਆ ਵਿੱਚੋਂ ਇੱਥੇ ਮਦਦ ਕਰਦੇ ਹਨ, ਪਰ ਹਾਲੇ ਤੱਕ ਇਸ ਦੀ ਕਿਸੇ ਨੇ ਸਾਰ ਨਹੀਂ ਲਈ। ਸਾਨੂੰ ਸਰਕਾਰਾਂ ਵੱਲੋਂ ਵੱਧ ਤੋਂ ਵੱਧ ਸਹਿਯੋਗ ਦੀ ਲੋੜ ਹੈ। ਇਸ ਵੇਲੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਨਿਰਮੋਹਗੜ੍ਹ ਸਾਹਿਬ ਦੇ, ਜਿੱਥੇ ਕਿ ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ ਤੇ ਫੌਜ ਸਮੇਤ ਠਹਿਰੇ ਸਨ। ਇੱਥੇ ਉਹ ਪਵਿੱਤਰ ਅਸਥਾਨ ਵੀ ਮੌਜੂਦ ਹੈ। ਉਸ ਅਸਥਾਨ ਦੇ ਇੱਕ ਵਾਰ ਫਿਰ ਤੋਂ ਤੁਹਾਨੂੰ ਦਰਸ਼ਨ ਵੀ ਕਰਵਾ ਦਿੰਦੇ ਆ ਕਿ ਜਿੱਥੇ ਕਿ ਹੁਣ ਗੁਰੂ ਘਰ ਸੁਸ਼ੋਭਿਤ ਕੀਤਾ ਗਿਆ, ਤਾਂ ਠੀਕ ਉਸ ਦੇ ਨਾਲ ਉਹ ਥੜਾ ਸਾਹਿਬ ਵੀ ਇੱਥੇ ਮੌਜੂਦ ਹੈ, ਜਿਸ ਪਵਿੱਤਰ ਥੜੇ ਦੇ ਉੱਪਰ ਗੁਰੂ ਸਾਹਿਬ ਖੁਦ ਇੱਥੇ ਬੈਠੇ ਸਨ ਤੇ ਇੱਥੇ ਹੀ ਗੁਰੂ ਸਾਹਿਬ ਦੀ ਲਾਡਲੀ ਫੌਜ ਵੀ ਉਹਨਾਂ ਦੇ ਨਾਲ ਮੌਜੂਦ ਸੀ। ਤੇ ਇਹੀ ਉਹ ਅਸਥਾਨ ਆਖਿਆ ਜਾ ਰਿਹਾ ਹੈ ਜਿੱਥੇ ਕਿ ਕੁਝ ਹੀ ਦੂਰੀ ਤੇ, ਜਿੱਥੇ ਕਿ ਸ਼ਾਹੀ ਟਿੱਬੀ ਜੋ ਕਿ ਪਹਾੜੀ ਰਾਜਿਆਂ ਦੀ ਤੇ ਮੁਗਲਾਂ ਦਾ ਜੋ ਕਿ ਇੱਕ ਡੇਰਾ ਹੋਇਆ ਕਰਦਾ ਸੀ, ਤਾਂ ਉਹ ਕਿਉਂਕਿ ਕਰੀਬ ਇੱਥੋਂ 1.5 ਕਿਲੋਮੀਟਰ ਦੀ ਦੂਰੀ ਤੇ ਹੈ ਤੇ 1.5 ਕਿਲੋਮੀਟਰ ਦੀ ਦੂਰੀ ਤੋਂ ਹੀ ਇਸ ਅਸਥਾਨ ਤੇ ਗੁਰੂ ਸਾਹਿਬ ਦੇ ਵੱਲ ਉਹਨਾਂ ਫੌਜਾਂ ਵੱਲੋਂ, ਦੁਸ਼ਮਣ ਫੌਜਾਂ ਵੱਲੋਂ ਇੱਕ ਗੋਲਾ ਜਿਹੜਾ ਉਹ ਸੁੱਟਿਆ ਗਿਆ ਸੀਗਾ। ਤੇ ਕਿਉਂਕਿ ਇਹ ਅਸਥਾਨ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਵੱਡਮੁੱਲਾ ਇਤਿਹਾਸ ਜਿਹੜਾ ਉਹ ਸਮੋਈ ਬੈਠਾ ਹੈ, ਪਰ ਕਿਤੇ ਨਾ ਕਿਤੇ ਇਸ ਨੂੰ ਅਣਗੌਲਿਆ ਜ਼ਰੂਰ ਜਾ ਰਿਹਾ। ਮੈਂ ਤੁਹਾਨੂੰ ਅਸੀਂ ਤੁਹਾਨੂੰ ਇਹਨਾਂ ਤਸਵੀਰਾਂ ਰਾਹੀਂ ਇੱਕ ਇੱਥੋਂ ਦਾ ਮਤਲਬ ਤਸਵੀਰ ਦਿਖਾ ਰਹੇ ਹਾਂ ਕਿ ਉਹ ਪਹਾੜੀ ਹੈ ਜਿਸ ਉੱਪਰ ਇਹ ਪਵਿੱਤਰ ਅਸਥਾਨ ਜਾਂ ਪਵਿੱਤਰ ਥੜਾ ਜਿਹੜਾ ਉਹ ਸੁਸ਼ੋਭਿਤ ਹੈ। ਪਰ ਤੁਸੀਂ ਇਸ ਪਹਾੜੀ ਦੇ ਕਿਨਾਰੇ ਦੇਖ ਸਕਦੇ ਹੋ ਜੋ ਕਿ ਬਾਰਿਸ਼ ਦੇ ਮੌਸਮ ਵਿੱਚ ਦਿਨੋਂ ਦਿਨ ਖੁਰਦੇ ਜਾ ਰਹੇ ਨੇ। ਤੁਹਾਨੂੰ ਮੈਂ ਕੈਮਰਾਮੈਨ ਨੂੰ ਕਹਾਂਗੀ ਕਿ ਇੱਕ ਵਾਰ ਇਹ ਕਿਨਾਰੇ ਜ਼ਰੂਰ ਦਿਖਾਏ ਜਾਣ ਤੇ ਨਾਲ ਦੇ ਨਾਲ ਇੱਕ ਵਾਰ ਫਿਰ ਤੋਂ ਉਹ ਪਵਿੱਤਰ ਥੜਾ ਜ਼ਰੂਰ ਦਿਖਾਇਆ ਜਾਵੇ, ਕਿਉਂਕਿ ਇਹਨਾਂ ਕਿਨਾਰਿਆਂ ਤੋਂ ਹੀ ਕੁਝ ਹੀ ਦੂਰੀ ਤੇ ਇਹ ਥੜਾ ਸੁਸ਼ੋਭਿਤ ਹੈ। ਜੇਕਰ ਹੁਣੇ ਵੀ ਇਸ ਦੀ ਸੰਭਾਲ ਨਾ ਕੀਤੀ ਗਈ ਤਾਂ ਅਸੀਂ ਆਪਣੇ ਹੱਥੋਂ ਇੱਕ ਵੱਡਮੁੱਲਾ ਇਤਿਹਾਸ ਜਿਹੜਾ ਉਹ ਜ਼ਰੂਰ ਗਵਾ ਸਕਦੇ ਹਾਂ, ਕਿਉਂਕਿ ਆਪਣੇ ਕੋਲ ਜਿਉਂਦਾ ਜਾਗਦਾ ਇਤਿਹਾਸ ਜਿਹੜਾ ਉਹ ਇਸ ਰੂਪ ਦੇ ਵਿੱਚ ਇੱਥੇ ਮੌਜੂਦ ਨੇ। ਇਸ ਤੋਂ ਇਲਾਵਾ ਤੁਹਾਨੂੰ ਕਿਉਂਕਿ ਇਸ ਉੱਚੀ ਥਾਂ ਤੇ ਖੜੇ ਹੋ ਕੇ ਜਿਸ ਸਥਾਨ ਤੇ ਅਸੀਂ ਮੌਜੂਦ ਹਾਂ ਤੇ ਇੱਥੋਂ ਆਨੰਦਪੁਰ ਸਾਹਿਬ ਦਾ, ਕੀਰਤਪੁਰ ਸਾਹਿਬ ਦਾ ਨਜ਼ਾਰਾ ਜਿਹੜਾ ਬੜਾ ਖੂਬਸੂਰਤ ਇੱਕ ਨਜ਼ਾਰਾ ਜਿਹੜਾ ਉਹ ਵੀ ਇੱਥੋਂ ਨਜ਼ਰ ਜਿਹੜਾ ਆਉਂਦਾ, ਕਿਉਂਕਿ ਕਾਫੀ ਅੰਦਰ ਕਰਕੇ ਇਹ ਜਗ੍ਹਾ ਸੁਸ਼ੋਭਿਤ ਹੈ ਸ਼ਹਿਰ ਤੋਂ। ਹਾਲਾਂਕਿ ਇਸ ਪਹਾੜੀ ਤੋਂ ਸ਼ਹਿਰ ਜ਼ਰੂਰ ਨਜ਼ਰ ਆ ਰਿਹਾ, ਲੇਕਿਨ ਜਦੋਂ ਅਸੀਂ ਸ਼ਹਿਰ ਤੋਂ ਮੁੱਖ ਸੜਕ ਤੋਂ ਕੀਰਤਪੁਰ ਸਾਹਿਬ ਨੂੰ ਵੱਧਦੇ ਹਾਂ ਤੇ ਇਸ ਜਗ੍ਹਾ ਤੱਕ ਪਹੁੰਚਣਾ ਥੋੜਾ ਔਖਾ ਹੈ, ਕਿਉਂਕਿ ਜਿਵੇਂ ਕਿ ਭਾਈ ਸਾਹਿਬ ਬੜੇ ਵਿਸਤਾਰ ਦੇ ਨਾਲ ਇਸ ਜਗ੍ਹਾ ਦਾ ਇਤਿਹਾਸ ਸਾਡੇ ਨਾਲ ਸਾਂਝਾ ਕਰ ਚੁੱਕੇ ਨੇ ਤੇ ਨਾਲ ਦੀ ਨਾਲ ਦਿੱਕਤ ਵੀ ਜ਼ਰੂਰ ਦੱਸੀ ਹੈ ਕਿ ਇੱਥੇ ਤੱਕ ਪਹੁੰਚ ਮਾਰਗ ਜਿਹੜਾ ਉਹ ਅੱਧਾ ਕੱਚਾ ਤੇ ਅੱਧਾ ਪੱਕਾ, ਜਿਸ ਕਾਰਨ ਲੋਕਾਂ ਨੂੰ ਇਸ ਜਗ੍ਹਾ ਤੱਕ ਪਹੁੰਚਣ ਦੇ ਵਿੱਚ ਦਿੱਕਤ ਆਉਂਦੀ ਹੈ। ਲੇਕਿਨ ਦੈਨਿਕ ਸਵੇਰਾ ਦੀ ਕੋਸ਼ਿਸ਼ ਹੈ ਕਿ ਇਸ ਵਾਰ ਤੁਹਾਨੂੰ ਇਸ ਮੁੱਖ ਪ੍ਰੋਗਰਾਮ ਦੇ ਵਿੱਚ ਉਸ ਕੜੀ ਦੇ ਨਾਲ ਉਹਨਾਂ ਥਾਵਾਂ ਦੇ ਨਾਲ, ਪਵਿੱਤਰ ਥਾਵਾਂ ਦੇ ਨਾਲ ਰੂਬਰੂ ਕਰਵਾਇਆ ਜਾਵੇ, ਉਹਨਾਂ ਦੇ ਦਰਸ਼ਨ ਕਰਵਾਏ ਜਾਣ, ਉਹਨਾਂ ਸੰਬੰਧੀ ਜਾਣਕਾਰੀ ਦਿੱਤੀ ਜਾਵੇ ਜੋ ਕਿ ਆਪਣੇ ਆਪ ਦੇ ਵਿੱਚ ਵੱਡਮੁੱਲਾ ਇਤਿਹਾਸ ਸਮੋਈ ਬੈਠੇ ਨੇ, ਲੇਕਿਨ ਕਿਤੇ ਨਾ ਕਿਤੇ ਜਿਹੜੇ ਆ ਉਹ ਅਣਗਹਿਲੀ ਦਾ ਸ਼ਿਕਾਰ ਵੀ ਨਾਲ ਦੇ ਨਾਲ ਹੋਏ ਨੇ। ਸੋ ਅਗਲੀ ਕੜੀ ਦੇ ਵਿੱਚ ਤੁਹਾਨੂੰ ਅਗਲੇ ਸਥਾਨਾਂ ਦੇ ਵੀ ਦਰਸ਼ਨ ਕਰਵਾਵਾਂਗੇ, ਕਿਉਂਕਿ ਇਹ ਉਹ ਸਥਾਨ ਹੈ ਜਿੱਥੇ ਕਿ ਗੁਰੂ ਸਾਹਿਬ ਤੇ ਦੁਸ਼ਮਣ ਫੌਜਾਂ ਦੇ ਨਾਲ ਜਿਹੜੀ ਜੰਗ ਚੱਲ ਰਹੀ ਸੀ ਉਹ ਰੁਕੀ ਨਹੀਂ ਸੀ, ਇੱਥੋਂ ਹੀ ਜੰਗ ਹੁੰਦੀ ਗਈ ਤੇ ਇਸ ਜੰਗ ਤੋਂ ਬਾਅਦ ਅਗਲੇ ਪੜਾਵ ਤੇ ਕਿਹੜੀ ਥਾਂ ਤੇ ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ ਪਹੁੰਚਦੇ ਨੇ ਉਸ ਦੇ ਦਰਸ਼ਨ ਕਰਵਾਵਾਂਗੇ। ਬਣੇ ਰਹੋ ਦੈਨਿਕ ਸਵੇਰਾ ਟੀਵੀ ਤੇ। ਕੈਮਰਾਮੈਨ ਪਵਨ ਕਨੋਜਾ ਦੇ ਨਾਲ ਸਰੂਚੀ, ਸ਼੍ਰੀ ਕੀਰਤਪੁਰ ਸਾਹਿਬ।